जी सुनो गुरु हित श्री करतारा, उठ कर अचिए आप आहारा। सुनो गुरु हित श्री करतारा, उठ कर अचिए आप आहारा। सतनाम श्री वाहेगुरु जी। सिद्धि मन विचारिया कि मैं दर्शन लेवै ए बाला। ऐसा जोगी कली में हमरे पंथ करे उजियाला। खप्पर दिता नाथ जी पानी पर लेवन उठ चाला। बाबा आया पानी है डिटे रतन जवेर लाला। सतगुर अगम अगाध पुरख केड़ा चले गुरु दी चाला। बाबे आखिया नाथ जी पानी थोड़नी उस ताला। शब्द जिति सिद्ध मंडली की तुस अपना पंथ निराला। कल जुग नानक नाम सुखाला। एकंकारा सतगुरु ते प्रसाद सच होए। वाहेगुरु जी की फतेह विघ्न विनाशन सोए। वाहेगुरु जी की फतेह विघ्न विनाशन सोए। वाहेगुरु जी का खालसा वाहेगुरु जी की फतेह। परम सत्कारयोग गुरु रूप खालसा साध संगत जी, जितने भी माई भाई निमी प्रेमी दूरों नेड़े चल करके महापुरखों के पवित्र पावन अस्थान अथवा गुरु बाबा जी दे सचखंड दरबार दे विच पहुँचे हो। सतगुरां दे चरनां 'च हाज़री लवाउण वास्ते अपनियां चित वृत्तियां बाहरों कागर करन दी खिचल करो। भगत वशल पतत पावन दीना बंधु तिन्ने लोगां दे मालक सांझे रहबर निरंकारी जोत श्री गुरु नानक देव जी महाराज की पावन कथा चल रही है। पिछले प्रकरण दे विच असीं यह विचार सरवण कीती, जिस बात गुरु बाबा जी भाई बाला और मरदाना जी दे समेत कलयुगी जीवां दा उद्धार करदिआं होइआं हर की पौड़ी ते पहुँचे सन, जिथे हुण महापुरब दा मेला होने के कारण चार ही दिशा चों लखां की तादाद दे विच यात्रु पहुँचे हुए सी। गुरु बाबा जी ने भी हर की पौड़ी दे नेड़े ही अपना आसन लगाया होया है, जिथे हुण गंगा मैया दे विच हो के प्रवेश बड़े प्राणी सूरज देवते नूं बक भर भर के अपने वालों जल दे रही सी। गुरु बाबा जी ने इन्हां दे बल करके ना पिट उस तरह ही बड़े बड़े बुक भर के जल दे दूसरी साइड सुटन लग पे। ये देखण सार सारियां दे मन दे विच बड़ी हैरानगी पैदा होण लग भी किहो जिहा अजीब किस्म का है मुसाफर आया है। अखीर नूं पुछण लगे भी तुसीं कौन हो, किहड़े मत दे हो। अगर कोई तुरक हुंदा वो तां इत्थे तीर्थां दे उपर चल के आउंदा नहीं है। उस समय गुरु बाबा जी कहण लगे भी पहलां इउं दसो आ तुहाडा पूरब दी दिशा दे वल करके मूँह बुक भर भर के पानी पाउण दा कारण की है। ये तुहाडा जल कित्थे पहुँचदा है।
ਕਹਿਣ ਲੱਗੇ ਜੀ ਅਸੀਂ ਸੂਰਜ ਦੇਵਤੇ ਨੂੰ ਜਲ ਦੇ ਕੇ ਆਪਣੇ ਪਿੱਤਰਾਂ ਨੂੰ ਤ੍ਰਿਪਤ ਕਰ ਰਹੇ ਹਾਂ। ਸਤਿਗੁਰੂ ਜੀ ਪੁੱਛਣ ਲੱਗੇ ਵੀ ਮੈਂ ਫਿਰ ਕਰਤਾਰਪੁਰ ਦੇ ਵਿੱਚ ਖੇਤੀ ਬੀਜ ਕੇ ਆਇਆ ਸੀ, ਸੋਚਿਆ ਵੀ ਇੱਥੇ ਪਾਣੀ ਵਾਲਾ ਦੇਣ ਵਾਲਾ ਤਾਂ ਹੈ ਨਹੀਂ, ਇੱਥੋਂ ਹੀ ਮੈਂ ਬੁੱਕ ਭਰ ਕੇ ਆਪਣੀ ਫਸਲ ਸਿੰਜਣ ਲੱਗ ਪਏ ਆ। ਉਹ ਕਹਿਣ ਲੱਗੇ ਵੀ ਤੇਰੇ ਦਿਮਾਗ ਦੇ ਵਿੱਚ ਕਿਤੇ ਫਰਕ ਤਾਂ ਨਹੀਂ ਪੈ ਗਿਆ। ਕਈ ਖੋਜੀਆਂ ਨੇ ਇਹ ਵਾਰਤਾ ਵੀ ਆਪਣੇ ਵੱਲੋਂ ਲਿਖੀ ਹੋਈ ਹੈ। ਸਰਦਾਰ ਖਜ਼ਾਨ ਸਿੰਘ ਗੁਰ ਇਤਿਹਾਸ 103 ਪੰਨੇ ਦੇ ਉੱਪਰ ਵੀ ਉਸ ਟਾਈਮ ਤੇ ਗੁਰੂ ਬਾਬਾ ਜੀ ਨੇ ਪਹਿਲਾਂ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ, ਕਰਤਾਰਪੁਰ ਨਗਰ ਵਸਾ ਕੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਰਿਦੁਆਰ ਦੇ ਵੱਲ ਗਏ ਸੀ। ਕਹਿਣ ਲੱਗੇ ਵੀ ਹੁਣ ਦੱਸ ਇੱਥੋਂ ਬੁੱਕਾਂ ਦੇ ਨਾਲ ਸੁੱਟਿਆ ਹੋਇਆ ਪਾਣੀ ਉਹ ਇਤਨੀ ਦੂਰ ਤੁਹਾਡੇ ਖੇਤ ਦੇ ਵਿੱਚ ਕਿਵੇਂ ਚਲਿਆ ਜਾਊ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੇ ਤੁਹਾਡੇ ਪਿੱਤਰ ਉਹ ਤਾਂ ਧਰਤੀ ਤੋਂ ਇਹ ਨਹੀਂ ਪਤਾ ਕਿਤਨੇ ਲੱਖਾਂ ਕਰੋੜਾਂ ਕੋਹਾਂ ਦੀ ਦੂਰੀ ਤੇ ਬੈਠੇ ਹਨ, ਉੱਥੇ ਤੁਹਾਡਾ ਸੁੱਟਿਆ ਹੋਇਆ ਪਾਣੀ ਕਿਵੇਂ ਜਾ ਸਕਦਾ ਹੈ। ਉਸ ਸਮੇਂ ਗੁਰੂ ਬਾਬਾ ਜੀ ਨੇ ਸਰਬਗਤਾਂ ਦੇ ਨਾਲ ਦੇ ਲਿਆ ਵੀ ਇਹਨਾਂ ਦੇ ਮਨ ਦੇ ਵਿੱਚ ਬੜੀ ਪਾਪਾਂ ਦੀ ਮੈਲ ਤਾਂ ਉਸੇ ਤਰ੍ਹਾਂ ਹੀ ਭਰੀ ਹੋਈ ਹੈ। ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਵੈ ਕੁੰਟ ਨਾ ਜਾਨਾ। ਬਹੁਤ ਸਾਰੇ ਉਹਨਾਂ ਚੋਂ ਉੱਠ ਕਰਕੇ ਆਪੋ ਆਪਣੀ ਕਿਰਿਆ ਦੇ ਵਿੱਚ ਪ੍ਰਵਿਰਤ ਹੋ ਗਏ। ਕਈ ਠਾਕਰ ਦੀ ਮੂਰਤੀ ਦਾ ਧਿਆਨ ਧਰ ਕੇ ਬਹਿ ਗਏ, ਹੱਥ ਦੇ ਵਿੱਚ ਫੜੀ ਹੋਈ ਆ ਉਹਨਾਂ ਨੇ ਬਹੁਤ ਵੱਡੀ ਮਾਲਾ। ਕਈ ਆਪਣਾ ਜੋ ਹੈ ਤਰਪਣ ਵਗੈਰਾ ਸੂਰਜ ਨੂੰ ਪਾਣੀ ਦੇ ਰਹੇ ਹਨ। ਕਈਆਂ ਨੇ ਅੱਖਾਂ ਮੀਟ ਕਰਕੇ ਸਮਾਧੀਆਂ ਲਗਾ ਲਈਆਂ। ਕਾਹਦੇ ਲਈ? ਲੋਕ ਦਿਖਾਵੇ ਵਾਸਤੇ। ਗੁਰੂ ਬਾਬਾ ਜੀ ਨੇ ਜਾ ਕੇ ਉਹਨਾਂ ਦੇ ਪਾਸ ਬਚਨ ਕੀਤਾ ਵੀ ਇਹ ਜਿਤਨੇ ਵੀ ਨਾ ਇਹ ਹਰ ਕੀ ਪੌੜੀ ਦੇ ਕਿਨਾਰੇ ਤੇ ਬੈਠ ਕੇ ਹਿੰਦੂ ਭਜਨ ਕਰਨ ਵਾਲੇ ਇਹਨਾਂ ਸਾਰਿਆਂ ਨੇ ਨਰਕਾਂ ਦੇ ਵਿੱਚ ਗਿਰਨਾ। ਉਹ ਸੁਣ ਕੇ ਹੈਰਾਨ ਹੋ ਗਏ ਵੀ ਨਾਮ ਜਪਣ ਦੇ ਨਾਲ ਨਰਕਾਂ 'ਚ ਥੋੜ੍ਹਾ ਗਰੀਂਦਾ, ਜਿਹੜਾ ਕਰ ਬੰਦਗੀ ਉਹਨੂੰ ਬੈਕੁੰਠ ਧਾਮ। ਜਬਰ ਜਿਉ ਜੀ ਕਿਸੇ ਦੇ ਮਨ ਦੇ ਵਿੱਚ ਇੱਛਾ ਹੈ ਜ਼ਿਆਦਾ ਪੁੰਨ ਦਾਨ ਕਰੇਗਾ ਉਹਨਾਂ ਨੂੰ ਸੁਰਗਾਂ ਦੀ ਪ੍ਰਾਪਤੀ ਹੋ ਜਾਣੀ ਹੈ। ਸਤਿਗੁਰੂ ਜੀ ਕਹਿਣ ਲੱਗੇ ਤੁਹਾਡੇ ਮਨ ਤਾਂ ਟਿਕੇ ਨਹੀਂ ਹੋਏ, ਇਹਦਾ ਮਨ ਮੁਲਤਾਨ ਦੇ ਵਿੱਚ ਘੁੰਮ ਰਿਹਾ ਹੈ। ਦੂਜਿਆਂ ਨੂੰ ਕਹਿੰਦੇ ਤੂੰ ਕਾਬਲ ਦੇ ਵਿੱਚ ਵੱਡੇ ਵੱਡੇ ਚੱਕਰ ਲਗਾ ਰਹੇ ਹੈ। ਤੀਜਿਆਂ ਨੂੰ ਵਚਨ ਕੀਤਾ ਵੀ ਤੇਰਾ ਜਿਹੜਾ ਮਨੀ ਰਾਮ ਅੰਦਰਲਾ ਇਹ ਤਾਂ ਦਿੱਲੀ ਸ਼ਹਿਰ ਦੇ ਵਿੱਚ ਘੁੰਮਦੇ ਆਏ ਵਪਾਰ ਕਰ ਰਿਹਾ ਸੀ ਵੀ ਇੱਥੇ ਜਿਵੇਂ ਫਲਾਣੀ ਚੀਜ਼ ਲਿਆ ਕੇ ਵੇਚਤੀ ਬੜਾ ਮੈਨੂੰ ਪ੍ਰਾਪਤ ਹੋ ਜਾਣਾ। ਉਹ ਸੁਣ ਕੇ ਹੈਰਾਨ ਹੋ ਗਏ ਵੀ ਗੱਲ ਤਾਂ ਠੀਕ ਹੈ, ਸਾਡੇ ਮਨ ਤਾਂ ਬੰਦਗੀ ਦੇ ਵਿੱਚ ਭਜਨ ਦੇ ਵਿੱਚ ਜੁੜੇ ਤਾਂ ਹੋਏ ਨਹੀਂ। ਇਹੋ ਜਿਹੇ ਸੰਕਲਪ ਵਿਕਲਪ ਬਾਰ ਪੈਦਾ ਹੋ ਰਹੇ ਸੀ। ਐਸੀ ਅਚਰਜ ਖੇਲ ਗੁਰੂ ਬਾਬਾ ਜੀ ਨੇ ਜਦੋਂ ਵਰਤਾਈ ਦੇ ਲਿਆ ਵੀ ਇਹ ਸਰਬਾਗਨ ਨੇ ਅੰਤਰਜਾਮੀ ਨੇ ਬੜੇ ਪੁਰਾਣੀਆਂ ਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਪੈਦਾ ਹੋ ਗਈ ਹੈ। ਉਸ ਸਮੇਂ ਗੁਰੂ ਬਾਬਾ ਜੀ ਨੂੰ ਬੇਨਤੀ ਕਰਨ ਲੱਗੇ ਬਹੁਤ ਸਾਰੇ ਇਕੱਠੇ ਹੋ ਕੇ ਵੀ ਚਲੋ ਅਸੀਂ ਰਸੋਈ ਕਰ ਲਈ ਤਿਆਰ, ਉੱਥੇ ਤੁਹਾਡੀ ਭੋਜਨ ਪਾਣੀ ਦੁਆਰਾ ਅਸੀਂ ਸੇਵਾ ਕਰਨੀ ਚਾਹੁੰਦੇ ਹਾਂ। ਸਤਿਗੁਰੂ ਜੀ ਕਹਿਣ ਲੱਗੇ ਹੁਣੇ ਤਾਂ ਤੁਸੀਂ ਮੈਨੂੰ
ਕਮਲਾ ਸਦਾਈ ਕਹਿੰਦੇ ਸੀ, ਕੋਈ ਆਖੇ ਭੂਤ ਨਾ ਕੋਈ ਕਹਿ ਵਿਤਾਲਾ। ਆ ਪਹਿਲਾਂ ਕਿਹੋ ਜੀਆਂ ਗੱਲਾਂ ਬਾਤਾਂ ਕਰਦੇ ਸੀ ਵੀ ਤਾਂ ਕਮਲਾ ਜੀ ਹੈ, ਸਦਾਈ ਹੈ, ਦੇ ਦਿਮਾਗ ਦੇ ਵਿੱਚ ਫਰਕ ਪਿਆ ਲੱਗਦਾ ਸਾਨੂੰ। ਇਸੇ ਕਰਕੇ ਉਲਟੇ ਪਾਸੇ ਪਾਣੀ ਆ ਕਰਕੇ ਗੰਗਾ ਮਈਆ ਦੇ ਵਿੱਚ ਡੋਲਣ ਲੱਗ ਪਿਆ। ਪਰ ਜਦੋਂ ਦੇ ਲਿਆ ਇਹਨਾਂ ਨੇ ਵੀ ਹੁਣ ਅਸੀਂ ਗੁਰੂ ਬਾਬਾ ਜੀ ਦੇ ਚਰਨ ਤਾਂ ਛੱਡਣੇ ਨਹੀਂ, ਜਿਤਨਾ ਮਰਜ਼ੀ ਸਾਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਵੀ ਕਰ ਲੈਣ। ਦੇ ਲਿਆ ਵੀ ਤਾਂ ਖੁਦਾ ਦਾ ਰੂਪ ਹੀ ਧਰਤੀ ਦੇ ਉੱਪਰ ਪ੍ਰਗਟ ਹੋ ਗਿਆ ਹੈ। ਉਸ ਸਮੇਂ ਸਾਰੇ ਹੀ ਇਕੱਠੇ ਹੋ ਕੇ ਗੁਰੂ ਬਾਬਾ ਜੀ ਦੇ ਅੱਗੇ ਹੱਥ ਜੋੜਨ ਲੱਗ ਪਏ। ਇਤਿਹਾਸਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸਤਿਗੁਰਾਂ ਦੀ ਪਵਿੱਤਰ ਪਾਵਨ ਕਥਾ ਦੇ ਤਾਈਂ ਗ੍ਰੰਥ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਨੇ, ਆਪਣੇ ਮਨਾਂ ਨੂੰ ਕਾਗਰ ਕਰਦੇ ਹੋਏ ਆਲਸ ਤੋਂ ਸਾਵਧਾਨ ਹੋ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈ ਗੁਰੂ ਜੀ। ਵਾਹਿਗੁਰੂ ਜੀ। ਸੁਨੋ ਗੁਰੂ ਹਿਤ ਸ੍ਰੀ ਕਰਤਾਰਾ। ਬਹੁਤ ਸਾਰੇ ਮੁਸਾਫਰ ਹਰ ਕੀ ਪੌੜੀ ਦੇ ਉੱਪਰ ਜੋ ਵੀ ਪਹੁੰਚੇ ਹੋਏ, ਉਹਨਾਂ ਨੇ ਜਦੋਂ ਆਪਣੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਕਰਤਾਰ ਦਾ ਵਾਸਤਾ ਪਾਇਆ ਸੀ। ਉੱਠ ਕਰ ਅਚੀਏ ਆਪ ਆਹਾਰਾ। ਇਹ ਸਤਿਗੁਰੂ ਜੀ ਦੀ ਆਦਤ ਮਹਾਰਾਜ ਦਾ ਬਿਰਧ ਸੁਭਾਅ ਬਣਿਆ ਹੋਇਆ ਸੀ। ਜਦੋਂ ਵੀ ਕਿਸੇ ਨੇ ਆ ਕੇ ਭਗਵਾਨ ਦਾ ਪ੍ਰਭੂ ਦਾ ਵਾਸਤਾ ਕਿਤੇ ਪਾਤਾ, ਨਾਲ ਦੀ ਨਾਲ ਉਸੇ ਵਕਤ ਗੁਰੂ ਬਾਬਾ ਜੀ ਉਹਨਾਂ ਦਾ ਬਚਨ ਮੰਨ ਲੈਂਦੇ ਸੀ। ਇਹਨਾਂ ਨੇ ਵੀ ਇਹੋ ਜੀ ਜੁਗਤੀ ਢੰਗ ਤਰੀਕਾ ਵਰਤਿਆ। ਸਾਰੀ ਵਾਰ-ਵਾਰ ਗੁਰੂ ਬਾਬਾ ਜੀ ਦੇ ਅੱਗੇ ਉਸ ਪ੍ਰਭੂ ਦਾ, ਭਗਵਾਨ ਦਾ, ਕਰਤਾਰ ਦਾ ਜਦੋਂ ਵਾਸਤਾ ਪਾਉਣ ਲੱਗ ਪਏ ਹਨ। ਸੋਨਿਓ ਸੰਗ ਚਲੇ ਸੁਖਦਾਈ। ਸੁਣ ਕਰਕੇ ਇਹ ਬਚਨ ਉਸੇ ਵਕਤ ਗੁਰੂ ਬਾਬਾ ਜੀ ਇਹਨਾਂ ਦੇ ਨਾਲ ਹੀ ਤੁਰ ਪਏ ਸੀ। ਜਦੋਂ ਅਰਦਾਸ ਵੈਦ ਆਇਆ ਸੀ, ਵੈਦ ਬੁਲਾਇਆ ਵੈਦਗੀ ਪਕੜ ਟਨੋਲੇ ਵਾਹ ਭੋਲਾ, ਵੈਦ ਨਾ ਜਾਣੀ ਕਰਕ ਕਲੇਜੇ ਮਾਏ। ਗੁਰੂ ਬਾਬਾ ਜੀ ਨੇ ਪਹਿਲਾਂ ਤਾਂ ਆਪਣਾ ਹੱਥ ਇਹਦੇ ਕੋਲੋਂ ਛਡਾ ਲਿਆ, ਪੁੱਛਿਆ ਭੈ ਜੀ ਆ ਕਰਕੇ ਮੇਰੀ ਬਾਂਹ ਤੇ ਕਾਹਦੇ ਵਾਸਤੇ ਪਕੜ ਲਈ ਹੈ। ਇਸੇ ਤਰ੍ਹਾਂ ਕੁਤਬਦੀਨ ਮੁੱਲਾ ਉਹਨੇ ਵੀ ਗੁਰੂ ਬਾਬਾ ਜੀ ਨੂੰ ਜਦੋਂ ਫਾਰਸੀ ਪੜ੍ਹਾਉਣੀ ਸ਼ੁਰੂ ਕੀਤੀ, ਚੁੱਪ ਕੀਤੇ ਪਏ ਸੀ ਮਹਾਰਾਜ ਆਪਣੀ ਮੌਜ। ਉਹਨੇ ਵੀ ਜਦੋਂ ਆਪਣੇ ਵੱਲੋਂ ਪਾਇਆ ਖੁਦਾ ਦਾ ਵਾਸਤਾ, ਉਸੇ ਵਕਤ ਗੁਰੂ ਬਾਬਾ ਜੀ ਨੇ ਆਪਣੇ ਨੇਤਰ ਖੋਲ੍ਹ ਲਏ ਸੀ। ਇੱਥੇ ਵੀ ਮੁਸਾਫਰਾਂ ਨੇ, ਪ੍ਰਾਣੀਆਂ ਨੇ ਜਦੋਂ ਕਰਤਾਰ ਦਾ ਵਾਸਤਾ ਪਾਇਆ ਮਹਾਰਾਜ ਦੇ ਪਾਸ, ਉਸੇ ਵਕਤ ਇਹਨਾਂ ਦੇ ਨਾਲ ਹੀ ਤੁਰ ਪਏ ਸਨ। ਜਹਾਂ ਰਸੋਈ ਤਨੈ ਬਨਾਈ। ਜਿਨ੍ਹਾਂ ਨੇ ਜਿੱਥੇ ਆਪਣੀ ਰਸੋਈ ਦੇ ਵਿੱਚ ਨਾਨਾ ਪ੍ਰਕਾਰ ਦੇ ਛਕਣ ਦੇ ਲਈ ਭੋਜਨ ਵਗੈਰਾ ਤਿਆਰ ਕਰਕੇ ਰੱਖੇ ਹੋਏ ਸਨ। ਪਹੁੰਚੇ ਜਾਏ ਤਾਏ ਕੇ ਡੇਰੇ। ਉਹਨਾਂ ਦੇ ਡੇਰੇ, ਉਹਨਾਂ ਦੇ ਅਸਥਾਨ ਦੇ ਉੱਪਰ ਗੁਰੂ ਬਾਬਾ ਜੀ ਜਦੋਂ ਚਲਦਿਆਂ ਪਹੁੰਚ ਗਏ ਹਨ। ਔਰ ਸ਼ਰਦਾ ਤਨ ਵਧੀ ਵਧੇਰੇ। ਔਰ ਸ਼ਰਧਾ ਪਰ ਦੇ ਕੇ ਇਹੋ ਜਿਹਾ ਕੌਤਕ, ਇਹਨਾਂ ਦੇ ਮਨ ਦੇ ਵਿੱਚ ਇਹੋ ਜਿਹੀ ਇੱਕ ਅਤੁੱਟ ਸ਼ਰਧਾ ਭਾਵਨਾ ਸਾਰਿਆਂ ਦੀ ਬੜੀ ਵੱਧ ਗਈ ਹੈ। ਦੋਹਰਾ ਪਟ ਉਤਾਰ ਖੱਤਰੀ ਦਿਜਨ ਚੌਕੇ ਬੈਠੇ ਜਾਏ। ਜੋ ਵੀ ਇਹਨਾਂ ਦੇ ਮਤ ਦੀ ਰੌ ਰੀਤੀ ਹੈ, ਖੱਤਰੀਆਂ ਨੇ, ਬ੍ਰਾਹਮਣਾਂ ਨੇ ਆਪਣੇ ਸਰੀਰ ਤੋਂ ਅੱਧੇ ਕੁ ਵਸਤਰ ਲਾ ਲਏ ਤੇ ਅੱਧੇ ਕੁ ਕੱਪੜੇ ਉਸੇ ਤਰ੍ਹਾਂ ਜਿਸਮ ਦੇ ਉੱਪਰ ਧਾਰਨ ਕੀਤੇ ਹੋਏ ਸੀ। ਲਾ ਕਰਕੇ ਆਪੋ ਆਪਣੇ ਅੱਧੇ ਕੁ ਕੱਪੜਿਆਂ ਨੂੰ ਜਦੋਂ ਸਾਰੀ
ਇਕੱਠੇ ਕੋਈ ਉਸ ਥਾਂ ਤੇ ਬਹਿ ਗਏ ਹਨ। ਪਦ ਪਖਾਰ ਕਾਰੀ ਕਰੀ ਗੁਰ ਅੰਤਰ ਬਸਾਏ। ਉਸ ਸਮੇਂ ਪਹਿਲਾਂ ਇਹਨਾਂ ਨੇ ਆਪਣੇ ਹੱਥ ਪੈਰ ਸਿਰਫ ਕੀਤੇ ਜਲ ਦੁਆਰਾ, ਫਿਰ ਜੋ ਵੀ ਇਹਨਾਂ ਦੀ ਮਰਜ਼ਾਦ ਹੈ ਚੌਂਕੇ ਦੀ ਆਲੇ ਦਾਲੇ ਦੂਰ ਤੱਕ ਲਕੀਰਾਂ ਵਗੈਰਾ ਕੱਢ ਦਿੱਤੀਆਂ ਹਨ। ਉਹਦੇ ਵਿੱਚ ਗੁਰੂ ਬਾਬਾ ਜੀ ਨੂੰ ਬੈਠਣ ਦੇ ਲਈ ਬੇਨਤੀ ਕੀਤੀ ਹੈ। ਚੌਪਈ 300 ਸ੍ਰੀ ਗੁਰ ਗਿਰਾ ਅਲਾਈ। ਜਦੋਂ ਇਹਨਾਂ ਨੇ ਆਪਣੇ ਮੱਤ ਦੀਆਂ ਜਿਹਨੂੰ ਕਹਿੰਦੇ ਨੇ ਕਾਰੀ ਕੱਢੀ ਕਿਹਾ ਦੀ ਹੈ, ਇਹ ਬਚਨ ਵੀ ਅੱਗੇ ਆਉਣੇ ਨੇ। ਉਸ ਚੌਂਕੇ ਨੂੰ ਬਣਾਉਣ ਦੇ ਲਈ ਜਗ੍ਹਾ ਦੇ ਆਲੇ ਦੁਆਲੇ ਵੱਡੀਆਂ ਵੱਡੀਆਂ ਇਹਨਾਂ ਨੇ ਜਦੋਂ ਲਕੀਰਾਂ ਖਿੱਚ ਦਿੱਤੀਆਂ ਆਪਣੇ ਹੱਥਾਂ ਦੇ ਨਾਲ। ਪਿਟਿਓ ਚੌਕਾ ਦਿਓ ਗਵਾਈ। ਗੁਰੂ ਬਾਬਾ ਜੀ ਕਹਿਣ ਲੱਗੇ, ਭਾਈ ਇਹ ਚੌਂਕਾ ਤੁਹਾਡੇ ਆਉਣ ਦੇ ਨਾਲ ਹੀ ਬੜਾ ਪਿੱਟਿਆ ਗਿਆ, ਭਾਵ ਅਪਵਿੱਤਰ ਹੋ ਗਿਆ। ਕਿਉਂ ਕਾਢਤ ਹੋ ਏਠਾਂ ਕਾਰਾ। ਆ ਵੱਡੀਆਂ ਵੱਡੀਆਂ ਲਕੀਰਾਂ ਖਿੱਚਣ ਦਾ ਫਾਇਦਾ ਕੀ ਹੋਊ? ਜਦੋਂ ਤੁਸੀਂ ਇੱਥੇ ਆ ਗਏ ਨਾਲ ਦੀ ਨਾਲੇ ਤਾਂ ਚੌਂਕਾ ਤੁਹਾਡਾ ਪਿੱਟਿਆ ਗਿਆ ਹੈ। ਅੰਤਰ ਚੌਕਾ ਪਇਓ ਖੁਆਰਾ। ਜੋ ਵੀ ਪਹਿਲਾਂ ਤੁਸੀਂ ਧਰਤੀ ਨੂੰ ਆ ਗਊ ਦਾ ਜਿਹੜਾ ਗੋਬਰ ਲੈ ਕਰਕੇ ਲਿਪਿਆ ਸੀ, ਇਹ ਤਾਂ ਤੁਹਾਡਾ ਐਵੇਂ ਵਿਅਰਥੀ ਚਲਿਆ ਗਿਆ। ਜੋ ਚੌਂਕਾ ਤਿਆਰ ਕੀਤਾ ਹੈ, ਸੁਣ ਕੇ ਵਿਪਰਨ ਬੈਨ ਅਲਾਇਓ। ਸੁਣ ਕਰਕੇ ਜਿਹੜੇ ਖਟਕਰਮੀ ਪੰਡਤ ਮਨ ਦੇ ਵਿੱਚ ਬੜੇ ਹੈਰਾਨ ਹੋਣ ਲੱਗ ਪਏ ਜਦੋਂ ਐਸੇ ਬਚਨ ਮਹਾਰਾਜ ਦੇ ਸੁਣੇ। ਉਹਨਾਂ ਨੇ ਬਹੁਤ ਸੁਚ ਸੋ ਭੋਜਨ ਕਰਵਾਇਓ। ਕਹਿ ਲਗੇ, ਮਹਾਰਾਜ ਅਸੀਂ ਤਾਂ ਬੜੀ ਸੁੱਚ ਪਵਿੱਤਰਤਾ ਦੇ ਨਾਲ ਨਾਨਾ ਪ੍ਰਕਾਰ ਦੇ ਜਿਹੜੇ ਭੋਜਨ ਪਾਣੀ ਆਪਣੀ ਰਸੋਈ ਦੇ ਵਿੱਚ ਤਿਆਰ ਕਰਵਾਏ। ਕੋਈ ਵੀ ਇੱਥੇ ਜਿਹੜਾ ਨੀਚ ਜਾਤੀ ਦਾ ਪ੍ਰਾਣੀ ਵੀ ਆਉਣ ਨਹੀਂ ਦਿੱਤਾ। ਚੌਕਾ ਗੋਬਰ ਕੋਕਰ ਲੀਨਾ। ਜਿਵੇਂ ਇਹਨਾਂ ਦੀ ਮਰਜ਼ਾਦਾ ਵੀ ਪਹਿਲਾਂ ਗਊ ਦਾ ਗੋਬਰ ਲੈ ਕੇ ਉਹਦੇ ਨਾਲ ਫਿਰ ਧਰਤੀ ਵਗੈਰਾ ਲਿਪਿਆ ਕਰਦੇ ਹਨ। ਮਹਾਰਾਜ ਇਹ ਤਾਂ ਧਰਤੀ ਪਵਿੱਤਰ ਹੋ ਗਈ। ਜਦੋਂ ਅਸੀਂ ਗਊ ਦੇ ਗੋਬਰ ਦੇ ਨੂੰ ਲੈ ਕੇ ਨੇ ਇਹਨੂੰ ਚਾਰੇ ਪਾਸਿਆਂ ਤੋਂ ਲਿਪ ਦਿੱਤਾ। ਨਿਕਟ ਨਾ ਕੋ ਆਵਨ ਦੀਨਾ। ਅਸੀਂ ਹੁਣ ਇੱਥੇ ਸਾਰੇ ਹਾਜ਼ਰੀ ਬੈਠੇ ਆ, ਕੋਈ ਵੀ ਦੂਜਾ ਜਿਹੜਾ ਨੀਚ ਪੁਰਸ਼ ਅਸੀਂ ਚੌਂਕੇ ਦੇ ਵਿੱਚ ਪ੍ਰਵੇਸ਼ ਨਹੀਂ ਹੋਣ ਦਿੱਤਾ। ਸਮਦਾ ਧੋਏ ਅੰਨ ਚੁੰਨ ਸਭ ਹੀ। ਪਹਿਲਾਂ ਕੱਲਾ ਕੱਲਾ ਜਿਹੜਾ ਦਾਣਾ ਚੁਣ ਕੇ ਪਾਣੀ ਦਾ ਨਾਲ ਸਾਫ਼ ਕੀਤਾ। ਇਸੇ ਤਰ੍ਹਾਂ ਇਹ ਤਾਂ ਲੱਕੜਾਂ ਨੂੰ ਵੀ ਜਲ ਦੇ ਨਾਲ ਧੋ ਕੇ ਫਿਰ ਚੁੱਲ੍ਹੇ ਦੇ ਵਿੱਚ ਬਾਲਿਆ ਕਰਦੇ ਸੀ। ਕਹਿਣ ਲੱਗੇ, ਮਹਾਰਾਜ ਲੱਕੜਾਂ ਵੀ ਚੰਗੀ ਤਰ੍ਹਾਂ ਪਹਿਲਾਂ ਅਸੀਂ ਜਲ ਦੇ ਨਾਲ ਸਾਫ਼ ਕੀਤੀਆਂ ਹਨ। ਬੈਠ ਹਦੂਰ ਕਰਾਇਓ ਅਭੀ। ਆ ਹੁਣੇ ਅਸੀਂ ਆ ਜਿਹੜਾ ਚੌਂਕਾ ਕੋਲੇ ਬੈਠ ਕੇ ਆਪ ਤਿਆਰ ਕਰਵਾਇਆ। ਪਿੱਟੀ ਰਸੋਈ ਕਹਤੇ ਦੇਖੀ। ਸੱਚੇ ਪਾਤਸ਼ਾਹ ਸਾਨੂੰ ਤਾਂ ਕਿਤੋਂ ਦੀਂਦੀ ਨਹੀਂ ਵੀ ਸਾਡਾ ਜਿਹੜਾ ਹੈ ਚੌਂਕਾ ਪਿੱਟਿਆ ਗਿਆ। ਸੁਚ ਸੰਜਮ ਹਮ ਕੀਨ ਵਿਸੇਖੀ। ਅਸੀਂ ਤਾਂ ਪਹਿਲਾਂ ਤੋਂ ਹੀ ਬੜੀ ਸੰਜਮ ਸੁਚ ਪਵਿੱਤਰਤਾ ਆਪਣੇ ਮਤ ਦੇ ਵਿੱਚ ਧਾਰਨ ਕਰਕੇ ਰੱਖਦੇ ਆ। ਦੋਹਰਾ ਬੋਲੇ ਸ੍ਰੀ ਨਾਨਕ ਬਹੁਰ ਜਾਵਦ ਤੁਮਨੇ ਆਏ। ਉਸ ਸਮੇਂ ਗੁਰੂ ਬਾਬਾ ਜੀ ਕਹਿਣ ਲੱਗੇ ਵੀ ਦੇਖੋ, ਜਦੋਂ ਤੱਕ ਤੁਸੀਂ ਅਜੇ ਇਸ ਚੌਂਕੇ ਦੇ ਵਿੱਚ ਪ੍ਰਵੇਸ਼ ਨਹੀਂ ਕੀਤਾ ਹੈ, ਤਾਵਦ ਚੌਕਾ ਸੁਧ ਥੋ ਅਵ ਤੋਂ ਦਿਓ ਗਵਾਏ। ਉਦੋਂ ਪਹਿਲਾਂ ਇਹ ਜਿਹੜਾ ਚੌਂਕਾ ਤੁਹਾਡਾ ਬਿਲਕੁਲ ਪਵਿੱਤਰ ਬਣਿਆ ਹੋਇਆ ਸੀ। ਪਰ ਜਦੋਂ ਤੁਸੀਂ ਆ ਕੇ ਆਪਣੇ ਪੈਰ ਪਾਤੇ ਨਾਲ ਦੀ ਨਾਲੇ ਤੁਹਾਡਾ ਜਿਹੜਾ ਤਿਆਰ ਕੀਤਾ ਹੋਇਆ ਚੌਂਕਾ ਬਿਲਕੁਲ ਪਿੱਟਿਆ ਗਿਆ। ਚੌਪਈ ਤੁਮਰੇ ਸੰਗ ਚੜੇ ਹੈ ਨੀਚੂ। ਸਤਿਗੁਰੂ ਜੀ ਕਹਿਣ ਲੱਗੇ ਵੀ ਤੁਹਾਡੇ ਨਾਲ ਤਾਂ ਕਈ ਇਹੋ ਜਿਹੇ ਨੀਚ ਚੰਡਾਲ ਪੁਰਸ਼ ਇਸ ਚੌਂਕੇ ਦੇ ਵਿੱਚ ਪ੍ਰਵੇਸ਼ ਹੋ ਗਏ ਹਨ। ਪਿਟਿਓ ਚੌਕਾ ਆਏ ਵਿਚੂ। ਉਹਨਾਂ ਨੀਚਾਂ ਨੇ ਆ ਕੇ ਇਸ ਤੁਹਾਡੇ ਚੌਂਕੇ ਨੂੰ ਬਿਲਕੁਲ ਆਪਣੇ ਵੱਲੋਂ
ਅਪਵਿੱਤਰ ਕਰ ਦਿੱਤਾ ਹੈ। ਸ੍ਰੀ ਗੁਰ ਹਮਕੋ ਦੀਸਤ ਨਾਹੀ। ਖੱਤਰੀ ਤੇ ਬ੍ਰਾਹਮਣ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਮਹਾਰਾਜ ਸਾਨੂੰ ਤਾਂ ਕੋਈ ਐਸਾ ਨੀਚ ਚੰਡਾਲ ਇਹਨਾਂ ਅੱਖਾਂ ਦੇ ਨਾਲ ਦੀਂਦਾ ਨਹੀਂ ਨਾ, ਜਿਹੜਾ ਸਾਡੇ ਚੌਂਕੇ ਦੇ ਵਿੱਚ ਚੜ ਗਿਆ ਹੋਵੇ। ਕਹਾਂ ਚੱਡੇ ਹੈ ਚੌਕੇ ਮਾਹੀ। ਕੋਈ ਵੀ ਐਸਾ ਪ੍ਰਾਣੀ ਅਸੀਂ ਚੌਂਕੇ ਦੇ ਉੱਪਰ ਹੁਣ ਤੱਕ ਚੜਨ ਨਹੀਂ ਦਿੱਤਾ ਹੈ। ਸੁਚ ਸੋ ਬਨੀ ਰਸੋਈ ਸਾਰੀ। ਬ੍ਰਾਹਮਣਾਂ ਨੇ ਬੜੀ ਸੁੱਚਾ ਪਵਿੱਤਰਤਾ ਦੁਆਰਾ ਪਹਿਲਾਂ ਇਸ਼ਨਾਨ ਕਰਿਆ, ਫਿਰ ਜਿਹੜੇ ਰਸੋਈ ਦੇ ਵਿੱਚ ਨਾਨਾ ਪ੍ਰਕਾਰ ਦੇ ਪਦਾਰਥ ਆਪ ਤਿਆਰ ਕੀਤੇ ਨੇ ਉਹਨਾਂ ਨੇ ਰਲ ਮਿਲ ਕਰ ਰੱਖੇ। ਅਚੋ ਆਹਾਰ ਕਿਰਪਾ ਨਿਜ ਧਾਰੀ। ਸੱਚੇ ਪਾਤਸ਼ਾਹ ਕਿਰਪਾ ਕਰਕੇ ਆ ਸਾਡਾ ਤਿਆਰ ਕੀਤਾ ਹੋਇਆ ਭੋਜਨ ਪਾਣੀ ਛਕੋ। ਇਹ ਸਾਡੀ ਜਿਹੜੀ ਕੀਤੀ ਹੋਈ ਸੇਵਾ ਤਾਂ ਸਫਲੀ ਹੋਣੀ ਹੈ। ਜੇ ਨੇ ਅਚੋ ਬਤਾਵੋ ਹਮਕੋ। ਜੇ ਆਪ ਨੇ ਨਹੀਂ ਛਕਣਾ ਸਾਨੂੰ ਦੱਸੋ ਤਾਂ ਸਹੀ, ਫੇਰ ਹੀ ਪਤਾ ਲੱਗੂ ਵੀ ਕਿਹੜੇ ਇਹੋ ਜਿਹੇ ਨੀਚ ਚੰਡਾਲ ਸਾਡੇ ਚੌਂਕੇ ਦੇ ਵਿੱਚ ਪ੍ਰਵੇਸ਼ ਕਰ ਗਏ ਹਨ। ਦਿਸ ਹੈ ਨੀਚ ਚੜੇ ਜੋ ਤੁਮਕੋ। ਜਿਹੜੇ ਨੀਚ ਚੰਡਾਲ ਤੁਹਾਨੂੰ ਇਸ ਚੌਂਕੇ ਦੇ ਵਿੱਚ ਚੜੇ ਹੋਏ ਸਾਹਮਣੇ ਆਪਣੇ ਨੇਤਰਾਂ ਦੇ ਨਾਲ ਦੇਖਦੇ ਹਨ, ਉਹਦੇ ਬਾਰੇ ਸਾਨੂੰ ਤਾਂ ਅਜੇ ਤੱਕ ਵੀ ਕੋਈ ਪਤਾ ਨਹੀਂ ਲੱਗਿਆ। ਬਿਨਾ ਬਤਾਏ ਸਾਚ ਨਾ ਜਾਣੈ। ਸੱਚੇ ਪਾਤਸ਼ਾਹ ਗਰੀਬ ਨਵਾਜ ਵੀ ਜਿਤਨਾ ਚਿਰ ਸੱਚੇ ਬਾਤ ਨਹੀਂ ਦੱਸਦੇ ਸਾਡੇ ਵਰਗੇ ਅਲਪਾਗਾ ਗਿਆਨੀ ਪ੍ਰਾਣੀਆਂ ਨੂੰ, ਫਿਰ ਸਾਨੂੰ ਇਸ ਸੱਚਾਈ ਦਾ ਕਿਵੇਂ ਪਤਾ ਲੱਗਣਾ ਹੈ। ਅਸਮਤ ਨਹਿ ਜੇ ਆਪ ਪਛਾਨੈ। ਇਹੋ ਜੀ ਸਰੈਟ ਬੁੱਧੀ ਤਾਂ ਨਹੀਂ ਹੈਗੀ ਸਾਡੇ ਪਾਸ ਵੀ ਜਿਹਦੇ ਨਾਲ ਅਸੀਂ ਉਹਨਾਂ ਨੂੰ ਦੇਖ ਸਕਦੇ ਹਾਂ। ਯੋ ਸੁਣ ਕੇ ਮਨੋਜਨ ਤੇ ਬਾਨੀ। ਜਦੋਂ ਗੁਰੂ ਬਾਬਾ ਜੀ ਨੇ ਇਹੋ ਜਿਹੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਆਪ ਸੁਣੀਆਂ ਹਨ। ਇੱਕ ਸ਼ਲੋਕ ਉਚਰਿਓ ਗੁਣ ਖਾਨੀ। ਗੁਣਾ ਦੀ ਖਾਨ ਸਰਬਾਗਾ ਅੰਤਰਜਾਮੀ ਮਹਾਰਾਜ ਨੇ ਉਸੇ ਤਰ੍ਹਾਂ ਰਬੀ ਬਾਣੀ ਦਾ ਇੱਕ ਸ਼ਬਦ ਇਹਨਾਂ ਦੇ ਸਾਹਮਣੇ ਉਚਾਰਨ ਕੀਤਾ ਹੈ। ਸ੍ਰੀ ਮੁਖਵਾਕ ਸ਼ਲੋਕ ਮਹਲਾ ਪਹਿਲਾ। ਪਹਿਲੇ ਸ਼ਲੋਕ ਦੇ ਵਿੱਚ ਗੁਰੂ ਬਾਬਾ ਜੀ ਇਹ ਸ਼ਬਦ ਉਚਾਰਨ ਕਰਦੇ ਹਨ। ਕੁਬਦ ਡੂਮਣੀ ਕੁਦਿਆ ਕਸਾਇਣ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ ਕੁਬਦ ਡੂਮਣੀ, ਜੋ ਨਾ ਤੁਸੀਂ ਬਹੁਤ ਹੀ ਖੋਟੀ ਮਤ ਧਾਰਨ ਕੀਤੀ ਹੋਈ ਹੈ ਆਪਣੇ ਅੰਦਰ, ਕੁਬਦ ਡੂਮਣੀ, ਇਹ ਤਾਂ ਤੁਹਾਡੇ ਚੌਂਕੇ ਦੇ ਵਿੱਚ ਡੂਮਣੀ ਪ੍ਰਵੇਸ਼ ਕਰ ਗਈ ਹੈ। ਕੁਦਿਆ ਕਸਾਇਣ। ਕੁਦਿਆ ਕਸੈਣ, ਜੋ ਤੁਹਾਡੇ ਮਨ ਦੇ ਵਿੱਚ ਕੋਈ ਰਹਿਮ ਨਹੀਂ, ਤਰਸ ਨਹੀਂ। ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ। ਆਪਸ ਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ। ਜੋ ਐਵੇਂ ਬੇਜਵਾਨ ਜੀਵਾਂ ਨੂੰ ਮਾਰ ਮਾਰ ਕੇ ਖਾਈ ਜਾਂਦੇ ਹੋ, ਹਰ ਵਕਤ ਤੁਹਾਡੇ ਮਨ ਦੇ ਵਿੱਚ ਕਦੇ ਵੀ ਉਹਨਾਂ ਨੂੰ ਤੜਫਦਿਆਂ ਹੋਇਆਂ ਨੂੰ ਤਰਸ ਰਹਿਮ ਨਹੀਂ ਨਾ ਪੈਦਾ ਹੁੰਦਾ। ਕੁਦਿਆ ਕਸਾਇਣ, ਇਹ ਜਿਹੜੀ ਕਸਾਇਣ ਤੁਹਾਡੇ ਨਾਲ ਇਸ ਚੌਂਕੇ ਦੇ ਵਿੱਚ ਪ੍ਰਵੇਸ਼ ਕਰ ਗਈ ਹੈ। ਪਰ ਨਿੰਦਾ ਕਟ ਚੂ ਦੂੜੀ। ਪਰ ਨਿੰਦਾ ਕਟ ਜੋੜੀ, ਜੋ ਤੁਸੀਂ ਦੂਜੇ ਦੀ ਹਰ ਬਾਤ ਨਿੰਦਿਆ ਚੁਗਲੀ ਕਰਦੇ ਰਹਿੰਦੇ ਹੋ, ਪਰ ਨਿੰਦਾ ਘਟ ਚੂੜੀ, ਇਹ ਤੁਹਾਡੇ ਹਿਰਦੇ ਰੂਪੀ ਘਰ ਦੇ ਵਿੱਚ ਚੂੜੀ ਪ੍ਰਵੇਸ਼ ਕੀਤੀ ਹੋਈ ਹੈ। ਮੁੱਠੀ ਕ੍ਰੋਧ ਚੰਡਾਲ। ਮੁੱਠੀ ਕ੍ਰੋਧ ਚੰਡਾਲ, ਜਿਉ ਜੀ ਚੰਡਾਲਨ ਨੇ ਤੁਹਾਡੇ ਸਾਰੇ ਸ਼ੁਭ ਗੁਣਾਂ ਨੂੰ ਜੋ ਚਰਾਇਆ ਹੋਇਆ ਹੈ। ਮੁੱਠੀ ਕ੍ਰੋਧ ਚੰਡਾਲ, ਇਹ ਜਿਵੇਂ ਕਹਿੰਦੇ ਨੇ ਵੀ ਫਲਾਣਾ ਦਾ ਜੀ ਬੜਾ ਚੰਡਾਲ ਹੈ, ਪਾਪੀ ਹੈ, ਦੁਸ਼ਟ ਹੈ। ਮੁੱਠੀ ਕ੍ਰੋਧ ਚੰਡਾਲ, ਜੋ ਕ੍ਰੋਧ ਰੂਪੀ ਮਦ ਧਾਰਨ ਕੀਤੀ ਹੈ, ਇਹ ਚੰਡਾਲਣੀ ਤੁਹਾਡੇ
ਅੰਦਰ ਸਦਾ ਦੇ ਲਈ ਵਸ ਗਈ ਨਾ, ਜਿਹਨੇ ਸਭ ਗੁਣਾਂ ਨੂੰ ਸਦਾ ਵਾਸਤੇ ਅੰਦਰੋਂ ਚੁਰਾਇਆ ਹੋਇਆ। ਕਾਰੀ ਕੱਢੀ ਕਿਆ ਥੀਐ, ਕਾਰੀ ਕੱਢੀ ਕਿਆ ਥੀ ਹੈ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਫਿਰ ਇੱਥੇ ਧਰਤੀ ਦੇ ਉੱਪਰ ਆ ਕੇ ਆਲੇ ਦੁਆਲੇ ਵੱਡੀਆਂ ਵੱਡੀਆਂ ਲਕੀਰਾਂ ਕੱਢਣ ਦਾ ਕੀ ਤੁਹਾਨੂੰ ਫਾਇਦਾ ਹੋਣਾ ਹੈ? ਜਾਂ ਚਾਰੇ ਬੈਠੀਆਂ ਨਾਲ, ਆ ਤੁਹਾਡੇ ਅੰਦਰ ਤਾਂ ਇਹ ਚਾਰ ਵੱਡੇ ਵੱਡੇ ਔਗਣ ਭਰੇ ਹੋਏ ਹਨ, ਚਾਰ ਤਰ੍ਹਾਂ ਦੀਆਂ ਚੰਡਾਲਣੀਆਂ ਔਰ ਜਿਹੜੀ ਡੂਮਣੀ ਹੈ, ਕਸੈਣ ਹੈ, ਇਤਿਆਦਿਕ ਸਾਰੇ ਇਹੋ ਜਿਹੇ ਵੱਡੇ ਵੱਡੇ ਜਿਹੜੇ ਔਗਣ ਤੁਹਾਡੇ ਮਨਾਂ ਦੇ ਵਿੱਚ ਸਦਾ ਦੇ ਲਈ ਜੋ ਵਸੇ ਹੋਏ ਹਨ। ਦੋਹਰਾ ਚੌਕਾ ਇੰਤੇ ਚੱਡੇ ਤੇ ਪਟਿਓ ਗਇਓ ਗਵਾਏ। ਸਤਿਗੁਰੂ ਜੀ ਕਹਿਣ ਲੱਗੇ ਵੀ ਜਦੋਂ ਇਹ ਤੁਹਾਡੇ ਨਾਲ ਆ ਗਈਆਂ ਸਾਰੀਆਂ, ਨਾਲ ਦੀ ਨਾਲ ਤੁਹਾਡਾ ਜਿਹੜਾ ਚੌਕਾ ਵੀ ਸਦਾ ਦੇ ਲਈ ਇਹਨਾਂ ਨੇ ਪਿੱਟ ਦਿੱਤਾ। ਮਨ ਕੇ ਮੁਨਸਬ ਹੋਏ ਕੇ ਗਨੋਜੇ ਬਨਿਓ ਬਨਾਏ। ਸਤਿਗੁਰੂ ਜੀ ਕਹਿਣ ਲੱਗੇ ਵੀ ਦੇਖੋ, ਪਹਿਲਾਂ ਤੁਸੀਂ ਮਨ ਦੇ ਨਿਆਂਕਾਰੀ ਬਣ ਕੇ ਫਿਰ ਸਾਡੇ ਨਾਲੇ ਬਚਨ ਕਰਨੇ ਹਨ। ਸੋਰਠ ਕੇ ਬਿਦ ਹੋਏ ਪੁਨੀਤ, ਕਹੋ ਗੁਰੂ ਬੂਝੇ ਸੁਰ ਨਰ। ਇਹਨਾਂ ਨੇ ਵੀ ਦੇ ਲਿਆ ਵੀ ਠੀਕ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜੇ ਇਹ ਬਚਨ ਬਿਲਕੁਲ ਸਾਡੇ ਅੱਗੇ ਸੱਚੇ ਉਚਾਰਨ ਕੀਤੇ ਹਨ। ਦੇਖੀ ਤਿਨ ਕੀ ਪ੍ਰੀਤ, ਦਇਆ ਸਿੰਧ ਬੋਲਤ ਪਏ। ਉਸ ਸਮੇਂ ਫਿਰ ਇਹਨਾਂ ਨੇ ਦੋਵੇਂ ਹੱਥ ਜੋੜਦਿਆਂ ਹੋਇਆ ਪੁੱਛਿਆ, ਸੱਚੇ ਪਾਤਸ਼ਾਹ ਦੱਸ ਦਿਓ ਫਿਰ ਸਾਨੂੰ ਇਹ ਜਿਹੜਾ ਚੌਂਕਾ ਸਾਡਾ ਤਿਆਰ ਕੀਤਾ ਹੋਇਆ ਪਵਿੱਤਰ ਕਿਵੇਂ ਹੋ ਸਕਦਾ ਹੈ? ਸਲੋਕ ਸਚ ਸੰਜਮ ਕਰਨੀ ਕਾਰਾਂ। ਇਹਨਾਂ ਦੀ ਸ਼ਰਧਾ ਭਾਵਨਾ ਨੂੰ ਦੇ ਹੋਇਆ ਗੁਰੂ ਬਾਬਾ ਜੀ ਨੇ ਦੂਜਾ ਜਿਹੜਾ ਸ਼ਬਦ ਉਚਾਰਨ ਕੀਤਾ, ਸੱਚ ਸੰਜਮ ਕਰਨੀ ਕਾਰਾਂ, ਵੀ ਜਿਹੜਾ ਸੱਚ ਦੇ ਨਾਲ ਜੁੜਨਾ ਇਹ ਹੀ ਹੈ ਸਾਰਿਆਂ ਨਾਲੋਂ ਵੱਡਾ ਆ ਸੰਜਮ। ਜਿਵੇਂ ਤੁਸੀਂ ਵਰਤਾਂ ਦੇ ਮੌਕੇ ਖਾਣ ਪੀਣ ਦਾ ਸੰਜਮ ਰੱਖਦੇ ਹੋ ਨਾ, ਇਕਾਦਸ਼ੀ ਦਾ ਵਰਤ ਹੈ, ਅੱਠੇ ਦਾ ਵਰਤ ਹੈ, ਸੱਚ ਸੰਜਮ ਜਿਹੜਾ ਸੱਚ ਦੇ ਨਾਲ ਜੁੜਨਾ ਇਹ ਹੈਗਾ ਸਾਰਿਆਂ ਨਾਲੋਂ ਵੱਡਾ ਸੰਜਮ। ਕਰਨੀ ਕਾਰਾਂ, ਜਿਹੜੀ ਪਰਮਾਤਮਾ ਦੀ ਪ੍ਰੇਮ ਭਗਤੀ ਕਰਨੀ ਹੈ, ਦੁਬਾਰਾ ਸਚ ਸੰਜਮ ਕਰਨੀ ਕਾਰਾਂ। ਕਰਨੀ ਕਾਰਾਂ, ਜਿਹੜੀ ਸੱਚੀ ਭਗਤੀ ਦੀ ਕਮਾਈ ਕਰਨੀ ਹੈ, ਇਹ ਸਾਰਿਆਂ ਨਾਲੋਂ ਵੱਡੀਆਂ ਲਕੀਰਾਂ ਖਿੱਚਣੀਆਂ ਹਨ। ਨਾਵਣ ਨਾਉ ਜਪਈ। ਨਾਵਣ ਨਾਉ ਜਪਈ, ਜਿਵੇਂ ਤੁਸੀਂ ਪਹਿਲਾਂ ਇਸ਼ਨਾਨ ਕਰਦੇ ਹੋ ਨਾ ਆਪਣੇ ਅੰਗਾਂ ਦੀ ਸੋਚਾ ਪਵਿੱਤਰਤਾ ਦੇ ਲਈ, ਇੱਧਰ ਕੀ ਹੈ? ਨਾਵਣ ਨਾਉ ਜਪਈ ਨਾ ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਸਤਿਗੁਰਾਂ ਨੇ ਸਾਰਿਆਂ ਨਾਲੋਂ ਵੱਡਾ ਤੀਰਥ ਕਿਹੜਾ ਦੱਸਿਆ? ਪਰਮਾਤਮਾ ਦਾ ਨਾਮ ਤੀਰਥ। ਨਾਵਣ ਜਾਓ, ਤੀਰਥ ਨਾਮ ਹੈ ਸਾਚਾ ਨਾਵਣ। ਗੁਰ ਕੀ ਸੇਵਾ, ਜੋ ਆਪਣੇ ਗੁਰੂ ਪੀਰਾਂ ਦੀ ਸੇਵਾ ਕਰਨੀ, ਇਹਨੂੰ ਵੀ ਮਹਾਰਾਜ ਨੇ ਸਾਰਿਆਂ ਨਾਲੋਂ ਜਿਹੜਾ ਸੱਚਾ ਇਸ਼ਨਾਨ ਕਥਨ ਕੀਤਾ ਹੈ। ਨਾਵਣ ਨਾਉ ਜਪਈ ਕਰ ਇਸ਼ਨਾਨ, ਸਿਮਰ ਪ੍ਰਭ ਆਪਣਾ ਮਨ ਤਨ ਪੈ ਰੋਗਾ। ਵੀ ਜਿਹੜਾ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਦਾ ਜਪਣਾ ਨਾਮ, ਨਾਵਣ ਨਾਉ ਜਪਈ, ਇਹ ਸਾਰਿਆਂ ਨਾਲੋਂ ਵੱਡਾ ਉੱਤਮ ਇਸ਼ਨਾਨ ਹੈ। ਨਾਨਕ ਅੱਗੇ ਉਤਮ ਸਈ। ਸਤਿਗੁਰੂ ਜੀ ਕਹਿਣ ਲੱਗੇ, ਐ ਬ੍ਰਾਹਮਣੋ ਐ ਖੱਤਰੀਓ, ਨਾਨਕ ਅੱਗੇ ਉਤਮ ਸਈ। ਉਹ ਪਰਲੋਕ ਦੇ ਵਿੱਚ ਉਹੀ ਫਿਰ ਉੱਤਮ ਸ੍ਰੇਸ਼ਟ ਗਿਣੇ ਜਾਣੇ ਹਨ। ਜੇ ਪਾਪਾਂ ਪੰਧ ਨਾ ਦੇਈ। ਜੇ ਪਾਪਾ ਪੰਧ ਨਾ ਦੇਈ, ਜਿਨ੍ਹਾਂ ਨੇ ਕਦੇ ਵੀ ਪਾਪਾ ਰੂਪੀ ਮਾਰਗ ਦੇ ਉੱਪਰ ਆਪਣਾ ਪੈਰ ਹੀ ਨਹੀਂ ਧਰਿਆ, ਜਿਹੜੇ ਪਾਪਾਂ ਦੇ ਰਸਤੇ ਤੋਂ ਸਦਾ ਵਾਸਤੇ ਸੈਂਕੜੇ ਕੋਹਾਂ
ਰਹਿੰਦੇ ਨੇ ਦੂਰ ਜੇ ਪਾਪਾ ਪੰਥ ਨਾ ਦੇਈ। ਜਿਨ੍ਹਾਂ ਨੇ ਆਪਣੇ ਪਾਪਾ ਰੂਪੀ ਮਾਰਗ ਦੇ ਉੱਪਰ ਕਦੇ ਵੀ ਆਪਣੇ ਮਨ ਨੂੰ ਲੱਗਣ ਨਹੀਂ ਦਿੱਤਾ ਹੈ। ਚੌਪਈ ਇਉ ਪੁਨੀਤ ਜੇ ਚੌਕਾ ਹੋਏ। ਸਤਿਗੁਰੂ ਜੀ ਕਹਿ ਲਗੇ ਵੀ ਜੇ ਤਾਂ ਹੁਣ ਇਹਨਾਂ ਗੁਣਾਂ ਨੂੰ ਤੁਸੀਂ ਮਨ ਦੇ ਵਿੱਚ ਕਿਤੇ ਧਾਰਨ ਕਰ ਲਿਆ ਤਾਂ ਫਿਰ ਤੁਹਾਡਾ ਜਿਹੜਾ ਚੌਕਾ ਤਿਆਰ ਕੀਤਾ ਹੋਇਆ ਬੜਾ ਪਵਿੱਤਰ ਹੋ ਜਾਣਾ ਹੈ। ਪਿਟਿਓ ਜਾਏ ਨਾ ਕਬਹੂ ਸੋਏ। ਇਹੋ ਜਿਹਾ ਤਿਆਰ ਕੀਤਾ ਹੋਇਆ ਚੌਕਾ ਕਦੇ ਵੀ ਪਿੱਟਿਆ ਨਹੀਂ ਜਾ ਸਕਦਾ। ਇਸ ਪ੍ਰਕਾਰ ਤੁਮ ਉਰਮੈ ਤਾਰੋ। ਗੁਰੂ ਬਾਬਾ ਜੀ ਕਹਿਣ ਲੱਗੇ ਵੀ ਅਗਰ ਤੁਸੀਂ ਐਸੇ ਗੁਣਾਂ ਨੂੰ ਕਿਤੇ ਆਪਣੇ ਮਨ ਦੇ ਵਿੱਚ ਧਾਰਨ ਕਰ ਲਵੋਗੇ ਸਦਾ ਵਾਸਤੇ। ਮਨ ਮਲੀਨਤਾ ਸਰਬ ਨਿਵਾਰੋ। ਮਨ ਮਲੀਨਤਾ ਸਰਬ ਨਿਵਾਰੋ। ਤੁਹਾਡੇ ਮਨ ਦੀ ਜਿਹੜੀ ਪਾਪਾ ਰੂਪੀ ਮੈਲ ਇਹ ਸਾਰੀ ਉਸੇ ਟਾਈਮ ਤੇ ਨਾਸ ਹੋ ਜਾਣੀ ਹੈ। ਸ੍ਰੀ ਨਾਨਕ ਸੁਨ ਬਚਾਸੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਐਸੇ ਅਗਾਮੀ ਬਚਨ ਸਾਰਿਆਂ ਨੇ, ਚਾਹੇ ਕੋਈ ਪੰਡਤ ਹੈ ਚਾਹੇ ਕੋਈ ਹੈਗਾ ਖੱਤਰੀ, ਬੜੇ ਧਿਆਨ ਦੇ ਨਾਲ ਜਿਨ੍ਹਾਂ ਨੇ ਵੀ ਕੰਨਾਂ ਦੇ ਨਾਲ ਸੁਣ ਲਏ ਸਨ। ਔਰ ਮੈਂ ਗੁਣਤ ਹੋਤੋ ਮਨ ਜੈਸੇ। ਹੁਣ ਜਿਵੇਂ ਜਿਵੇਂ ਉਹਨਾਂ ਦੇ ਮਨ ਦੇ ਵਿੱਚ ਉਹ ਜੇ ਔਗਣਤਾ ਭਰੇ ਹੋਏ ਨੇ ਪਹਿਲਾਂ ਤੋਂ ਹੀ ਦੇ ਲਿਆ ਵੀ ਠੀਕ ਹੈ, ਸਾਡੇ ਹਿਰਦੇ ਦੇ ਅੰਦਰ ਬੜੀ ਪਾਪਾਂ ਦੀ ਮੈਲ, ਨਾ ਕਦੇ ਅਸੀਂ ਅੰਦਰ ਤਰਸ ਰਹਿਮ ਨਹੀਂ ਧਾਰਨ ਕੀਤਾ ਹੋਇਆ। ਜਾਣੇ ਆਪਣੇ ਸਰਬ ਵਿਕਾਰਨ। ਕੋ ਬੁੱਧ ਡੂਮਣੀ ਕੋ ਦਇਆ ਕਸੈਣ। ਇਹੋ ਜਿਹੇ ਆਪਣੇ ਵੱਡੇ ਵੱਡੇ ਔਗਣਾਂ ਨੂੰ, ਆਪਣੇ ਵੱਡੇ ਵੱਡੇ ਦੋਸਾਂ ਨੂੰ ਇਹਨਾਂ ਨੇ ਚਿੱਤ ਦੇ ਅੰਦਰ ਚੰਗੀ ਤਰ੍ਹਾਂ ਗੁਰੂ ਬਾਬਾ ਜੀ ਦੇ ਬਚਨ ਸੁਣ ਕੇ ਸਮਝ ਲਿਆ ਹੈ। ਚਹਿਤ ਪਏ ਅਬ ਕਿਉਂ ਹਵੇ ਟਾਰਨ। ਉਹ ਸਮੇਂ ਸੋਚਦੇ ਨੇ ਵੀ ਹੁਣ ਸਾਡਾ ਫਿਰ ਭਲਾ, ਸਾਡੀ ਕਲਿਆਣ ਕੈਸੇ ਹੋ ਸਕਦੀ ਹੈ। ਅਵਰ ਠੌਰ ਤੇ ਮਨ ਕੋ ਮੋਰਾ। ਇਹਨਾਂ ਨੇ ਗੁਰੂ ਬਾਬਾ ਜੀ ਦਾ ਬਚਨ ਮੰਨਦੇ ਹੋਇਆਂ ਚਾਰੇ ਪਾਸਿਆਂ ਤੋਂ ਆਪਣੇ ਮਨ ਨੂੰ ਹੌਲੀ ਹੌਲੀ ਮੋੜਨਾ ਸ਼ੁਰੂ ਕਰ ਦਿੱਤਾ। ਸ੍ਰੀ ਗੁਰ ਪਗ ਮੈਂ ਨਿਸ਼ਚਾ ਜੋਰਾ। ਜਿਹੜੇ ਵੀ ਕੋਈ ਖੱਤਰੀ ਬ੍ਰਾਹਮਣ ਵਿਦਵਾਨ ਹਰ ਕੀ ਪੌੜੀ ਤੇ ਪਹੁੰਚੇ ਹੋਏ ਸੀ, ਜਿਨ੍ਹਾਂ ਨੇ ਸੁਣ ਲਏ ਗੁਰੂ ਬਾਬਾ ਜੀ ਦੇ ਵਚਨ, ਉਹਨਾਂ ਨੇ ਆਪਣੇ ਹਿਰਦੇ ਦਾ ਜਿਹੜਾ ਯਕੀਨ ਭਰੋਸਾ ਸਦਾ ਦੇ ਲਈ ਗੁਰੂ ਬਾਬਾ ਜੀ ਦੇ ਪਾਵਨ ਚਰਨਾਂ ਦੇ ਨਾਲ ਜੋੜਤਾ। ਬਿਨੈ ਭਨਤ ਹਮਕੋ ਸਿੱਖ ਕੀਜੈ। ਦੋਵੇਂ ਹੱਥ ਜੋੜ ਕੇ ਬੇਨਤੀਆਂ ਕਰਨ ਲੱਗ ਪਏ ਸਾਰੀ ਸੱਚੇ ਪਾਤਸ਼ਾਹ ਗਰੀਬ ਨਵਾਜ, ਹੁਣ ਸਾਨੂੰ ਆਪਣੇ ਚਰਨਾਂ ਦੇ ਸੇਵਕ ਦਾਸ ਬਣਾਉਣਾ ਕਰੋ। ਸ਼ਰਨ ਪਰੇ ਕੀ ਲਾਜ ਰਖੀਜੈ। ਸ਼ਰਨ ਪਰੇ ਕੀ ਰੱਖ ਦਿਆਲਾ, ਨਾਨਕ ਤੁਮਰੇ ਬਾਲ ਗੋਪਾਲਾ। ਅਸੀਂ ਤਾਂ ਹੁਣ ਤੁਹਾਡੇ ਚਰਨ ਪਕੜ ਲਏ ਹਨ। ਸ਼ਰਨ ਆਇਆਂ ਦੀ ਆਪ ਨੇ ਹੀ ਸਦਾ ਵਾਸਤੇ ਲਾਜ ਰੱਖਣੀ ਹੈ। ਦੋਹਰਾ ਜੋ ਜਾਨੋ ਤੋ ਤਾਰੀਏ ਔਰ ਨਾਮ ਕੋ ਥਾਏ। ਸਾਰੇ ਹੀ ਹੁਣ ਬੜੀ ਨਿਮਰਤਾ ਦੇ ਸਹਿਤ ਗੁਰੂ ਬਾਬਾ ਜੀ ਦੇ ਅੱਗੇ ਬੜੀਆਂ ਮਿੰਨਤਾਂ ਤਰਲੇ ਕਰਨ ਲੱਗ ਪਏ। ਸੱਚੇ ਪਾਤਸ਼ਾਹ ਅਸੀਂ ਤਾਂ ਐਵੇਂ ਹੁਣ ਤੱਕ ਅੰਧੇਰੇ ਦੇ ਵਿੱਚ ਹੀ ਬੜੇ ਠੇਡੇ ਖਾਂਦੇ ਫਿਰਦੇ ਆ ਨਾ, ਕਦੇ ਵੀ ਸਾਨੂੰ ਕੋਈ ਐਸਾ ਗਿਆਨ ਕਿਸੇ ਨੇ ਬਖਸ਼ਿਆ ਨਹੀਂ। ਵੱਡੇ ਵੱਡੇ ਇਹੋ ਜਿਹੇ ਮਾਨ ਪੁਰਬਾਂ ਦੇ ਟਾਈਮ 'ਤੇ ਇਸ਼ਨਾਨ ਤਾਂ ਕਰਦੇ ਹਾਂ ਜ਼ਰੂਰ, ਪਰ ਐਸਾ ਗਿਆਨ ਐਸੇ ਵਚਨ ਕਿਸੇ ਨੇ ਨਹੀਂ ਦੱਸੇ। ਅਸੀਂ ਤਾਂ ਬੜੇ ਭਰਮਾਂ ਦੇ ਵਿੱਚ ਹੀ ਪੈ ਕੇ ਉਹ ਪਤਾ ਨਹੀਂ ਕਿਤਨੀਆਂ ਜਿਹੜੀਆਂ ਸਾਡੇ ਬਜ਼ੁਰਗਾਂ ਨੇ ਉਸੇ ਤਰ੍ਹਾਂ ਪੀੜ੍ਹੀਆਂ ਬਤੀਤ ਕਰ ਦਿੱਤੀਆਂ ਹਨ। ਪਰਮੇਸ਼ਰ ਕੋ ਰੂਪ ਹੋ ਜਪੈ ਤਿਆਰੋ ਨਾਏ। ਸਮਝ ਲਿਆ ਵੀ ਇਹ ਤਾਂ ਪਰਮਾਤਮਾ ਆਪ ਹੀ ਇੱਕ ਮਨੁੱਖਾ ਸਰੀਰ ਦੇ ਵਿੱਚ ਪ੍ਰਗਟ ਹੋਇਆ ਹੈ,
ਜੀਵਾਂ ਦਾ ਭਲਾ ਕਰਨ ਦੇ ਲਈ। ਚੌਪਈ ਲਖੇ ਦੀਨ ਗੁਰ ਬੈਨ ਉਚਾਰੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੀ ਦੇ ਲਿਆ ਵੀ ਇਹਨਾਂ ਦੇ ਮਨ ਦੇ ਵਿੱਚ, ਇਹਨਾਂ ਦੇ ਚਿੱਤ ਦੇ ਵਿੱਚ ਹੋਣਾ ਬੜੀ ਨਿਮਰਤਾ, ਇੱਕ ਤਰ੍ਹਾਂ ਦੀ ਗਰੀਬੀ ਜੀ ਪੈਦਾ ਹੋ ਗਈ ਸਾਰਿਆਂ ਦੇ। ਜਿਤਨੋ ਹੈ ਧਨ ਪਾਸ ਤੁਮਾਰੇ। ਸਤਿਗੁਰੂ ਜੀ ਕਹਿਣ ਲੱਗਿਆ ਜਿਹੜੀ ਮਾਇਆ ਜੋ ਵੀ ਤਨ 420 ਠੱਗੀਆਂ ਠੋਰੀਆਂ ਮਾਰ ਕੇ ਤੁਸੀਂ ਆਪਣੇ ਪਾਸ ਜਮ੍ਹਾਂ ਕੀਤਾ ਹੋਇਆ ਹੈ, ਪਰਮੇਸ਼ਰ ਹਿਤ ਸਰਬ ਲੁਟਾਵੋ। ਜਦੋਂ ਇਹ ਮਾਇਆ, ਇਹ ਲక్ష్ਮੀ ਤੁਸੀਂ ਪਰਮਾਤਮਾ ਦੇ ਪਰਥਾਏ ਭਾਵ ਕੀ ਪਰਉਪਕਾਰ ਦੇ ਵਿੱਚ ਜਦੋਂ ਇਹ ਤੁਸੀਂ ਖਰਚ ਕਰ ਦੇਣੀ ਹੈ। ਪੁੰਨ ਸਿੱਖ ਹੋਏ ਪਰਮ ਸੁਖ ਪਾਵੋ। ਪਹਿਲਾਂ ਜਦੋਂ ਹਿਰਦੇ 'ਚੋਂ ਪਾਪਾਂ ਦੀ ਮੈਲ, ਆ ਜਿਹੜੀ ਮਾਇਆ ਲక్ష్ਮੀ ਜੋ ਵੀ ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਈ, ਇਹ ਫਿਰ ਤੁਹਾਨੂੰ ਕਿਸੇ ਚੰਗੇ ਪਾਸੇ ਖਰਚ ਕਰਨੀ ਪਏਗੀ। ਫਿਰ ਅਸੀਂ ਤੁਹਾਨੂੰ ਆਪਣੇ ਚਰਨਾਂ ਦੇ ਸੇਵਕ ਦਾਸ ਬਣਾ ਲੈਣਾ। ਤੇ ਛਿਨ ਜਿਨ ਜਿਨ ਮਾਨੀ ਆਇਸ। ਉਸ ਟਾਈਮ ਤੇ ਜਿਨ੍ਹਾਂ ਨੇ ਗੁਰੂ ਬਾਬਾ ਜੀ ਦਾ ਬਸ ਸ਼ਰਧਾ ਭਾਵਨਾ ਦੇ ਸਹਿਤ ਬਚਨ ਮੰਨ ਲਿਆ, ਸਰਵ ਦਰਵ ਕੋ ਦੀਨ ਲੁਟਾਇਸ। ਜੋ ਵੀ ਹੱਦ ਤੋਂ ਵੱਧ ਆਪਣੇ ਪਾਸ ਮਾਇਆ ਪਦਾਰਥ ਐਵੇਂ ਹੀ ਬਿਨਾਂ ਗੱਲ ਤੋਂ ਗਰੀਬਾਂ ਦਾ ਖੂਨ ਪੀ ਪੀ ਕੇ ਜਮ੍ਹਾਂ ਕੀਤਾ ਹੋਇਆ ਸਾਰਾ ਬਸ ਉਹਨਾਂ ਨੇ ਪੁੰਨ ਅਰਥ ਗਰੀਬ ਗੁਰਬਿਆਂ ਲੋੜ ਬੰਦਾਂ ਦੇ ਵਿੱਚ ਵਰਤਾਤਾ ਹੈ। ਤੈਨ ਪਰ ਮਹਿਰ ਦ੍ਰਿਸ਼ਟ ਜਗਤੇਸ਼ਾ। ਜਿਨ੍ਹਾਂ ਨੇ ਆਗਿਆ ਦਾ ਪਾਲਣ ਕਰ ਲਿਆ, ਉਹਨਾਂ ਦੇ ਉੱਪਰ ਗੁਰੂ ਬਾਬਾ ਜੀ ਦੀ ਨਾਲ ਦੇ ਨਾਲ ਹੀ ਬੜੀ ਮਿਹਰਾਂ ਭਰੀ ਦ੍ਰਿਸ਼ਟੀ ਹੋ ਗਈ ਹੈ। ਸਤਨਾਮ ਕੋ ਦਿਏ ਉਪਦੇਸ਼ਾ। ਇਹੋ ਜਿਹਾ ਗੁਰੂ ਬਾਬਾ ਜੀ ਨੇ ਉਹਨਾਂ ਨੂੰ ਫਿਰ ਵਾਹਿਗੁਰੂ ਦਾ ਨਾਮ ਜਪਣ ਦਾ ਉਪਦੇਸ਼ ਬਖਸ਼ਿਆ ਸਾਰਿਆਂ ਨੂੰ। ਪ੍ਰੇਮ ਰਾਮ ਕੋ ਰੰਗ ਚੜਾਵਾ। ਇਹੋ ਜਿਹਾ ਇੱਕ ਭਗਵਾਨ ਦੇ ਨਾਮ ਦਾ ਜਿਹੜਾ ਰੰਗ ਉਹਨਾਂ ਦੇ ਮਨਾਂ ਨੂੰ ਚਾੜਤਾ। ਪਹਿਲਾਂ ਤਾਂ ਇਹਨਾਂ ਦੇ ਮਨਾਂ ਨੂੰ ਪਾਪਾਂ ਦਾ, ਮਾਇਆ ਦਾ, ਹੰਕਾਰ ਦਾ, ਮਾਨ ਵਡਿਆਈ ਦਾ ਰੰਗ ਚੜਿਆ ਹੋਇਆ ਸੀ ਨਾ। ਪਰ ਜਦੋਂ ਗੁਰੂ ਬਾਬਾ ਜੀ ਦੀ ਐਸੀ ਹੋ ਗਈ ਕਿਰਪਾ, ਉਹਦਾ ਰੰਗ ਅੰਦਰੋਂ ਹੋ ਗਏ ਨਾਸ। ਮਹਾਰਾਜ ਨੇ ਇਹਨਾਂ ਦੇ ਮਨਾਂ ਨੂੰ ਨਾਮ ਦਾ ਔਰ ਬੰਦਗੀ ਦੇ ਹੀ ਐਸਾ ਜਿਹੜਾ ਗੂੜਾ ਰੰਗ ਚਾੜ ਦਿੱਤਾ ਸੀ। ਮਨ ਕੋ ਸ਼ਾਂਤ ਦਈ ਸੁਖ ਪਾਵਾ। ਜਦੋਂ ਹਿਰਦੇ ਦੇ ਵਿੱਚ ਵਸ ਗਿਆ ਨਾਮ, ਉਸੇ ਵਕਤ ਇਹਨਾਂ ਨੂੰ ਐਸੀ ਇੱਕ ਸ਼ਾਂਤੀ ਚੈਨ ਪ੍ਰਾਪਤ ਹੋ ਗਈ ਹੈ। ਅੰਤ ਕਾਲ ਮੈਂ ਸੁਭ ਗਤ ਪਾਈ। ਜਿਨ੍ਹਾਂ ਨੇ ਤਾਂ ਉਪਦੇ ਦੀ ਕੀਤੀ ਹੈ ਕਮਾਈ, ਉਹਨਾਂ ਨੇ ਐਂਡ ਦੇ ਬਾਅਦ ਬੜੀ ਜੀ ਸ਼ੁਭ ਗਤੀ ਪ੍ਰਾਪਤ ਕਰ ਲਈ ਸੀ। ਜੀਵਤ ਨਾਮ ਵਿਖੈ ਲਿਵ ਲਾਈ। ਜੀਵਤ ਜਿਉਂਦਿਆਂ ਜੀ ਉਹਨਾਂ ਨੇ ਜਿਹੜੀ ਆਪਣੀ ਬਿਰਤੀ ਪਰਮਾਤਮਾ ਦੇ ਨਾਮ ਦੇ ਨਾਲ ਸਦਾ ਵਾਸਤੇ ਜੋੜ ਦਿੱਤੀ ਹੈ। ਦੋਹਰਾ ਇਸ ਪ੍ਰਕਾਰ ਸੋ ਸਿੱਖ ਕਰੈ ਰਹਿਨ ਪਈ ਪਨਾਏ। ਜਦੋਂ ਉਸੇ ਵਕਤ ਗੁਰੂ ਬਾਬਾ ਜੀ ਦਾ ਸੁਣ ਕੇ ਉਪਦੇਸ਼ ਗੁਰ ਸਿੱਖੀ ਧਾਰਨ ਕਰ ਲਈ। ਜਿਨ੍ਹਾਂ ਨੇ ਗੁਰ ਸਿੱਖੀ ਧਾਰਨ ਕਰ ਲਈ, ਉਹਨਾਂ ਦੇ ਹਿਰਦੇ ਦੇ ਅੰਦਰ ਜਿਹੜਾ ਹੈ ਵਾਹਿਗੁਰੂ ਦਾ ਨਾਮ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਬਸ ਚੁੱਕਿਆ। ਸ੍ਰੀ ਗੰਗਾ ਤਨ ਧਾਰ ਕੈ ਜਲ ਪਹੁੰਚੀ ਤੇ ਥਾਏ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਰਾਤ ਜਿੱਥੇ ਹਰ ਕੀ ਪੌੜੀ ਬਣੀ ਹੋਈ ਹੈ ਉੱਥੇ ਹੀ ਹੈ ਸਤਿਗੁਰੂ ਜੀ ਦਾ ਛੋਟਾ ਜਿਹਾ ਉਹ ਸਥਾਨ ਬਿਲਕੁਲ ਪਹਾੜ ਦੀ ਜੜ ਦੇ ਵਿੱਚ ਹੀ ਬਣਿਆ ਹੋਇਆ ਹੈ। ਜਿਨ੍ਹਾਂ ਨੇ ਗੁਰੂ ਬਾਬਾ ਜੀ ਦਾ ਦੀਦਾਰ ਕੀਤਾ, ਉਹਨਾਂ ਦੇ
ਮਨਾਂ ਦੇ ਅੰਦਰ ਇਹੋ ਜੀ ਸ਼ਾਂਤੀ ਚੈਨ ਵੀ ਪੈਦਾ ਹੋਣ ਲੱਗ ਪਈ ਹੈ। ਸੋਏ ਸੜੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ, ਬੰਦ ਜਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸ਼ਨ ਦੇਖ ਨਿਹਾਲੀ। ਗੁਰੂ ਬਾਬਾ ਜੀ ਤਾਂ ਆਪ ਹੀ ਨਿਰੰਕਾਰ ਦਾ ਸਰੂਪ, ਸ਼ਾਂਤੀ ਦਾ ਬਹੁਤ ਵੱਡਾ ਸਮਝ ਲਓ ਇੱਕ ਸੋਮੇ ਦੇ ਸਮਾਨ ਬਣੇ ਹੋਏ ਸਨ। ਜਿਹੜਾ ਵੀ ਦੀਦਾਰ ਕਰਦਾ ਨਾਲ ਦੀ ਨਾਲ ਹੀ ਬਸ ਇਹੋ ਜਿਹਾ ਗੁਰੂ ਬਾਬਾ ਜੀ ਦੇ ਤੇਜ ਪ੍ਰਤਾਪ ਦਾ ਪ੍ਰਭਾਵ ਉਹਨਾਂ ਦੇ ਚੰਚਲ ਪੱਥਰ ਵਰਗੇ ਕਠੋਰ ਦਿਲਾਂ ਦੇ ਉੱਪਰ ਵੀ ਪੈ ਜਾਂਦਾ ਸੀ। ਗੁਰੂ ਬਾਬਾ ਜੀ ਨੇ ਇੱਕ ਰਾਤ ਉੱਥੇ ਹੀ ਹਰ ਕੀ ਪੌੜੀ ਜਿੱਥੇ ਹੈ ਉਸ ਥਾਂ ਤੇ ਰਹਿ ਕਰਕੇ ਜਦੋਂ ਬਤੀਤ ਕੀਤੀ। ਗੰਗਾ ਮਈਆ ਉਹ ਵੀ ਇੱਕ ਆਪਣਾ ਰੂਪ ਬਦਲ ਕੇ ਉਸ ਸਮੇਂ ਗੁਰੂ ਬਾਬਾ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਗਈ। ਚੌਪਈ ਕੰਚਨ ਥਾ ਲਿਏ ਨਿਜ ਹਾਥਾ। ਹੁਣ ਜੋ ਹੈ ਜਿਵੇਂ ਵਰਨ ਦੇਵਤੇ ਦਾ ਅਭਿਮਾਨੀ ਦੇਵਤਾ ਇੱਕ ਬਹੁਤ ਵੱਡਾ ਲੈ ਕਰਕੇ ਥਾਲ, ਉਹਨੂੰ ਹੀਰੇ ਜਵਾਰ ਔਰ ਮਾਇਆ ਦੇ ਨਾਲ ਭਰਿਆ ਹੋਇਆ ਸੀ। ਭਰਿਓ ਨਹਿਕ ਮੁਕਤਾ ਕੇ ਸਾਥਾ। ਹੀਰੇ ਜਵਾਹਰਾਤਾਂ ਦੇ ਨਾਲ ਭਰ ਲਿਆ ਬਹੁਤ ਵੱਡਾ ਥਾਲ। ਹੁਣ ਗੰਗਾ ਮਈਆ ਨੇ ਉਹ ਜਿਹੜਾ ਆਪਣਾ ਦਿਵ ਰੂਪ ਧਾਰਨ ਕਰ ਲਿਆ ਸੀ। ਤਰੀ ਭੇਟ ਸ੍ਰੀ ਗੁਰੂ ਅਗਾਰੀ। ਜਿਵੇਂ ਆਪਾਂ ਸੁਣਦੇ ਹਾਂ ਵੀ ਵੱਡੇ ਵੱਡੇ ਜਿਹੜੇ ਤੀਰਥਾਂ ਦੇ ਅਭਿਮਾਨੀ ਦੇਵਤਾ ਹੋਇਆ ਕਰਦੇ ਹਨ, ਇਸੇ ਤਰ੍ਹਾਂ ਗੰਗਾ ਇਹ ਵੀ ਬਹੁਤ ਵੱਡਾ ਮਹਾਨ ਤੀਰਥ ਹੈ ਹਿੰਦੁਸਤਾਨ ਦਾ। ਇਸ ਤੀਰਥ ਨੇ ਵੀ ਆਪਣਾ ਜਿਹੜਾ ਉਹੀ ਅਭਿਮਾਨੀ ਰੂਪ ਧਾਰਨ ਕੀਤਾ। ਹੁਣ ਜਿਵੇਂ ਆ ਕਰਕੇ ਗੰਗਾ ਨੇ ਆਪਣੇ ਵੱਲੋਂ ਗੁਰੂ ਬਾਬਾ ਜੀ ਦੀ ਸੇਵਾ ਕਰਨ ਦੇ ਲਈ ਬੇਨਤੀ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰਸਿੱਖਾਂ ਤਾਈਂ ਨਿਹਾਲ ਕਰ ਰਹੇ ਨੇ। ਧਰੀ ਭੇਟ ਸ੍ਰੀ ਗੁਰੂ ਅਗਾਰੀ। ਕਰ ਪਦ ਬੰਦਨ ਗਿਰਾ ਉਚਾਰੀ। ਧਰੀ ਭੇਟ ਸ੍ਰੀ ਗੁਰੂ ਅਗਾਰੀ। ਕਰ ਪਦ ਬੰਦਨ ਗਿਰਾ ਉਚਾਰੀ। हे चौथ हे पार ब्रह्म अविनाशी ਅਗਨਾਸ